जाने हे गीत है, लोग जाने हे गीत है। ये तो ब्रह्म विचार, ये तो ब्रह्म विचार, लोग जाने हे गीत है, लोग जाने हे गीत है, लोग जाने हे गीत है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਗ ਹੈ 416। ਹੁਣ ਤੱਕ 9 ਅਸ਼ਟਪਦੀਆਂ ਗੁਰੂ ਨਾਨਕ ਪਾਤਸ਼ਾਹ ਦੀਆਂ ਆਸਾ ਰਾਗ ਵਿੱਚ ਸੰਪੂਰਨ ਹੋਈਆਂ। ਆਸਾ ਮਹੱਲਾ ਪਹਿਲਾ। ਇੱਕ ਤੁਕੀ ਗੁਰ ਸੇਵੇ ਸੋ ਠਾਕੁਰ ਜਾਣੈ, ਦੁਖ ਮਿਟੈ ਸੱਚ ਸ਼ਬਦ ਪਛਾਨੈ। ਹਾਂਜੀ। ਆਸਾ ਮਹੱਲਾ ਪਹਿਲਾ। ਆਸਾ ਮਹੱਲਾ ਪਹਿਲਾ। ਇੱਕ ਤੁਕੀ ਤੁਕੀ ਗੁਰ ਸੇਵੇ ਸੋ ਠਾਕੁਰ ਜਾਣੈ, ਗੁਰ ਸੇਵੇ ਸੋ ਠਾਕੁਰ ਜਾਣੈ। ਦੁਖ ਮਿਟੈ ਸੱਚ ਸ਼ਬਦ ਪਛਾਨੈ, ਦੁਖ ਮਿਟੈ ਸੱਚ ਸ਼ਬਦ ਪਛਾਨੈ। ਰਾਮ ਜਪੋ ਮੇਰੀ ਸਖੀ ਸਖੈਨੀ, ਰਾਮ ਜਪੋ ਮੇਰੀ ਸਖੀ ਸੁਖੈਨੀ। ਸਤਿਗੁਰ ਸੇਵ ਦੇਖੋ ਪ੍ਰਭ ਨੈਣੀ, ਸਤਿਗੁਰ ਸੇਵ ਦੇਖੋ ਪ੍ਰਭ ਨੈਣੀ। ਰਹਾਉ। ਰਹਾਉ। ਆਸਾ ਮਹੱਲਾ ਪਹਿਲਾ। ਇੱਕ ਤੁਕੀ ਗੁਰ ਸੇਵੇ ਸੋ ਠਾਕੁਰ ਜਾਣੈ, ਦੁਖ ਮਿਟੈ ਸੱਚ ਸ਼ਬਦ ਪਛਾਨੈ। ਮਹਾਰਾਜ ਕਹਿੰਦੇ ਜਿਹੜੇ ਗੁਰੂ ਨੂੰ ਸਿਮਰਦੇ ਨੇ, ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਨੇ, ਸੋ ਠਾਕੁਰ ਜਾਣੈ, ਉਹ ਆਪਣੇ ਠਾਕੁਰ ਨੂੰ, ਉਸ ਮਾਲਕ ਨੂੰ, ਉਸ ਪ੍ਰਭੂ ਨੂੰ ਜਾਣ ਲੈਂਦੇ ਨੇ। ਦੁੱਖ ਮਿਟੈ ਸੱਚ ਸ਼ਬਦ ਪਛਾਨੈ, ਕਿਉਂਕਿ ਦੁੱਖ ਵਿਛੋੜੇ ਦਾ ਬਹੁਤ ਵੱਡਾ ਦੁਨੀਆ ਦੇ ਉੱਤੇ। ਇਸ ਕਰਕੇ ਮਗਰ ਇਹ ਦੁੱਖ ਮਿਟ ਜਾਂਦਾ ਹੈ ਜਦੋਂ ਸ਼ਬਦ ਦੁਆਰਾ ਸੱਚ ਨੂੰ ਪਹਿਚਾਨ ਲੈਂਦਾ ਹੈ। ਅਗਰ ਦੁੱਖ ਮਿਟੈ ਸੱਚ ਸ਼ਬਦ ਪਛਾਨੈ, ਸ਼ਬਦ ਦੇ ਦੱਦੇ ਨੂੰ ਸਿਹਾਰੀ ਪਾਈ ਮਹਾਰਾਜ ਨੇ। ਗੁਰੂ ਦੇ ਸ਼ਬਦ ਦੁਆਰਾ ਜਦੋਂ ਸੱਚ ਨੂੰ, ਉਸ ਪਰਮਾਤਮਾ ਨੂੰ ਪਛਾਣ ਲੈਂਦਾ ਹੈ। ਰਾਮ ਜਪੋ ਮੇਰੀ ਸਖੀ ਸਖੈਨੀ, ਐ ਮੇਰੀ ਸਖੀ, ਐ ਮੇਰੀ ਸਹੇਲੀਓ, ਐ ਮੇਰੇ ਮਿੱਤਰੋ, ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੋ। ਮਹਾਰਾਜ ਬੜੇ ਪ੍ਰੇਮ ਨਾਲ ਕਹਿੰਦੇ ਨੇ, ਸਤਿਗੁਰ ਸੇਵ ਦੇਖੋ ਪ੍ਰਭ ਨੈਣੀ। ਕਹਿੰਦੇ ਸਤਿਗੁਰੂ ਨੂੰ ਸਿਮਰੋ, ਇਹਨਾਂ ਅੱਖਾਂ ਨਾਲ ਉਸ ਪ੍ਰਭੂ ਨੂੰ ਤੁਸੀਂ ਵੇਖ ਸਕਦੇ ਹੋ। ਹਾਂਜੀ। ਬੰਧਨ ਮਾਤ ਪਿਤਾ ਸੰਸਾਰ, ਬੰਧਨ ਮਾਤ ਪਿਤਾ ਸੰਸਾਰ। ਬੰਧਨ ਸੁਤ ਕੰਨਿਆ ਔਰ ਨਾਰ, ਬੰਧਨ ਸੁਤ ਕੰਨਿਆ ਔਰ ਨਾਰ। ਕਿਉਂਕਿ ਸਾਡੇ ਬੰਧਨ ਨੇ ਰਸਤੇ 'ਚ। ਬੰਧਨ ਮਾਤ ਪਿਤਾ ਸੰਸਾਰ, ਇਹ ਸੰਸਾਰਿਕ ਮਾਤਾ ਪਿਤਾ, ਪੁੱਤਰ ਧੀ, ਇਸਤਰੀ, ਅਸੀਂ ਇੱਥੇ ਤੱਕ ਹੀ ਸੀਮਿਤ ਰਹਿ ਗਏ। ਬਸ ਅਸੀਂ ਆਪਣਾ ਸੰਸਾਰ ਇੰਨਾ ਕੁ ਮੰਨ ਕੇ ਬੈਠ ਗਏ, ਇਹਨੂੰ ਰੁਕ ਗਏ ਇੱਥੇ ਤੱਕ। ਅਸੀਂ ਇੱਥੇ ਤੱਕ ਹੀ ਰੁਕ ਗਏ ਵੀ ਆਪਣਾ ਇਹ ਮੇਰਾ ਹੈ, ਉਹ ਬਗਾਨਾ ਹੈ। ਤੇ ਮਰਗ ਨੇ ਜਿਹੜੇ ਨਾਮ ਨਾਲ ਜੁੜੇ ਨੇ, ਉਹ ਤੇ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣ, ਉਹ ਤੇ ਸਾਰਿਆਂ ਨੂੰ ਆਪਣਾ ਸਮਝਦੇ ਨੇ। ਸਭ ਨੂੰ ਆਪਣੀ ਮਾਂ ਦੇ ਬਰਾਬਰ, ਸਭ ਨੂੰ ਭੈਣ ਬਰਾਬਰ, ਉਹਨਾਂ ਲਈ ਆਪਣਾ ਬਗਾਨਾ ਕੋਈ ਨਹੀਂ। ਇਸ ਕਰਕੇ ਉਹ ਬੰਧਨ 'ਚ ਪੈ ਗਏ, ਰੁਕ ਗਏ ਉੱਥੇ ਤੱਕ ਥੋੜੇ ਸਮੇਂ ਵਿੱਚ ਹੀ। ਹਾਂਜੀ। ਬੰਧਨ ਕਰਮ ਧਰਮ ਹਉ ਕੀਆ, ਬੰਧਨ ਕਰਮ ਧਰਮ ਹਉ ਕੀਆ। ਬੰਧਨ ਪੁੱਤਕ ਲਤ ਮਨ ਬੀਆ, ਬੰਧਨ ਪੁੱਤਕ ਲਤ ਮਨ ਬੀਆ। ਬੰਧਨ ਕਰਮ ਧਰਮ ਹਉ ਕੀਆ, ਇਹ ਵੀ ਬੰਧਨ ਪੈ ਗਿਆ। ਜੋ ਕਰਮ ਕੀਤਾ, ਧਰਮ ਕੀਤਾ ਕਿ ਮੈਂ ਕੀਤਾ। ਜਦੋਂ ਮੈਂ ਆ ਗਈ, ਹਉਮੈ ਆ ਗਈ, ਕਹਿੰਦੇ ਉਹਦੇ ਬੰਧਨ 'ਚ ਰਹਿ ਗਿਆ, ਉੱਥੇ ਬੰਨਿਆ ਗਿਆ।
ਉਸ ਤੋਂ ਗਾ ਤੁਰ ਨਾ ਸਕਿਆ। ਬੰਧਨ ਪੁੱਤ ਕਲਤ ਮਨ ਬੀਆ, ਜਦੋਂ ਮਨ ਵਿੱਚ ਦੂਜਾ ਭਾਵ ਬਣ ਗਿਆ, ਇਹ ਪੁੱਤ ਕਲਤ, ਪੁੱਤਰ ਇਸਤਰੀ ਤੇ ਦੂਜਾ ਭਾਵ, ਕਹਿੰਦੇ ਇਹ ਵੀ ਬੰਧਨ ਹੋ ਗਿਆ। ਉਹਨੇ ਉਹਨੂੰ ਅੱਗੇ ਨਾ ਜਾਣ ਦਿੱਤਾ। ਅੱਗੇ ਜਾਣਾ ਕਿੱਥੇ ਹੈ ਵੈਸੇ? ਮਨੁੱਖ ਨੇ ਅੱਗੇ ਜਾਣਾ ਕਿੱਥੇ ਹੈ? ਇਸ ਸੰਸਾਰ ਤੋਂ ਉੱਪਰ ਉੱਠ ਕੇ ਵਿਸ਼ਾਲ ਹਿਰਦੇ ਦੁਆਰਾ ਜਦੋਂ ਸੰਸਾਰ ਨੂੰ ਵੇਖਿਆ, ਫਿਰ ਕੋਈ ਆਪਣਾ ਜਾਂ ਬਗਾਨਾ ਨਹੀਂ। ਸੰਸਾਰਕ ਤੌਰ ਤੇ ਬੰਦਾ ਉਹਨਾਂ ਚ ਨਹੀਂ ਬੰਧਣਾ ਚਾਹੀਦਾ ਜਦ ਤੱਕ ਉਹ ਜੁੜਿਆ ਹੋਇਆ ਸੰਸਾਰ ਨਾਲ। ਮਾਰੇ ਕਹਿੰਦੇ ਸੰਸਾਰ ਵਿੱਚ ਰਹਿ ਕੇ ਕਮਲ ਦੇ ਫੁੱਲ ਦੀ ਤਰ੍ਹਾਂ ਇਹ ਸੰਸਾਰ ਤੋਂ ਉੱਪਰ ਉੱਠਣਾ ਸੀ। ਸਾਨੂੰ ਮਹਾਰਾਜ ਨੇ ਕਿਰਤ ਕਰਨ ਨੂੰ ਕਿਹਾ, ਧੰਦੇ ਕਰਨ ਨੂੰ ਨਹੀਂ ਕਿਹਾ। ਸਾਨੂੰ ਮਹਾਰਾਜ ਨੇ ਪ੍ਰੇਮ ਕਰਨ ਨੂੰ ਕਿਹਾ, ਮੋਹ ਵਿੱਚ ਫਸਣ ਨੂੰ ਨਹੀਂ ਕਿਹਾ। ਇਹ ਜਿਹੜਾ ਜੀਵਨ ਦੀ ਜਾਂਚ ਮਹਾਰਾਜ ਸਿਖਾ ਰਹੇ ਨੇ, ਮਗਰ ਇਸ ਕਰਕੇ ਇਹ ਬੰਧਨ ਸਨ, ਉਹਨਾਂ ਬੰਧਨਾਂ ਤੱਕ ਸੀਮਿਤ ਹੋ ਕੇ ਰਹਿ ਗਿਆ। ਹਾਂਜੀ। ਬੰਧਨ ਕਿਰਖੀ ਕਰਹਿ ਕਿਰਸਾਨ, ਕਿਰਖੀ ਕਰੈ ਕਿਰਸਾਨ। ਹਉਮੈ ਡਨ ਸਹੈ ਰਾਜਾ ਮੰਗੈ ਦਾਨ, ਹਉਮੈ ਡਨ ਸਹੈ ਰਾਜਾ ਮੰਗੈ ਦਾਨ। ਹੁਣ ਦੂਜੇ ਪਾਸੇ ਸਾਡਾ ਦੇਸ਼ ਜਿਹੜਾ ਹੈ ਇਹ ਖੇਤੀ ਪ੍ਰਧਾਨ ਦੇਸ਼ ਹੈ, ਤੇ ਮਹਾਰਾਜ ਸਮਝਾਉਂਦੇ ਨੇ ਸਾਨੂੰ, ਬੰਧਨ ਕਿਰਖੀ ਕਰੈ ਕਿਰਸਾਨ। ਕਹਿੰਦੇ ਬੰਧਨ ਚ ਆ ਗਿਆ। ਕਿਸਾਨ ਖੇਤੀ ਕਰਦਾ ਹੈ, ਉਹ ਬੰਨਿਆ ਗਿਆ। ਕਿਉਂਕਿ ਉਹਦੀ ਸੰਭਾਲ ਵੀ ਕਰਨੀ ਹੈ, ਉੱਥੇ ਹੀ ਰਹਿਣਾ ਹੈ। ਉੱਥੇ ਜੇ ਚੰਗੀ ਹੋ ਗਈ ਤੇ ਕਈ ਵਾਰੀ ਹੰਕਾਰ ਪੈਦਾ ਕਰ ਦਿੰਦੀ, ਤੇ ਜੇ ਖੜੀ ਤੇ ਗੜੇ ਪੈ ਗਏ ਤਾਂ ਥੱਲੇ ਆ ਡਿੱਗਦਾ ਬੰਦਾ। ਹਉਮੈ ਡਨ ਸਹਿ ਰਾਜਾ ਮੰਗੈ ਦਾਨ, ਹਉਮੈ ਦੇ ਡਨ ਸਹਿੰਦਾ ਤੇ ਉੱਪਰੋਂ ਰਾਜਾ ਦਾਨ ਮੰਗਦਾ। ਉਹ ਕਹਿੰਦਾ ਵੀ ਮੈਨੂੰ ਤੇ ਮੇਰਾ ਜਿਹੜਾ ਕਰ ਬਣਦਾ ਹੈ, ਟੈਕਸ ਬਣਦਾ ਹੈ, ਉਹ ਆਪਣਾ ਭਰ ਦਿਓ ਪੂਰਾ, ਬਾਕੀ ਤੁਹਾਡੀ ਹੋਏ ਚਾਹੇ ਨਹੀਂ ਹੋਏ। ਕਿਉਂਕਿ ਹੁਣ ਤਾਂ ਖੈਰ ਖੇਤੀ ਪ੍ਰਧਾਨ ਦੇਸ਼ ਦੇ ਨਾਲ ਨਾਲ ਹੁਣ ਤਾਂ ਜਿਹੜਾ ਖੇਤੀ ਕਰਦਾ ਉਹਦੀ ਹੀ ਹੈ। ਪਹਿਲਾਂ ਕੀ ਹੁੰਦਾ ਸੀ ਕਿ ਪਹਿਲਾਂ ਸਾਰੇ ਮੁਜਾਰੇ ਸਨ। ਪਹਿਲਾਂ ਜਿਹੜੀ ਜ਼ਮੀਨ ਸੀ ਉਹ ਜਗੀਰਦਾਰਾਂ ਦੀ ਜਾਂ ਰਾਜੇ ਦੀ ਹੁੰਦੀ ਸੀ। ਕਿਸਾਨ ਤੇ ਵਿਚਾਰਾ ਖੇਤੀ ਕਰਦਾ ਸੀ। ਸੋ ਇਹ ਚੀਜ਼ਾਂ ਬਾਰੇ ਸਮਝਾਉਂਦੇ ਨੇ ਕਿ ਇਸ ਤਰ੍ਹਾਂ ਇਹ ਵੀ ਬੰਧਨ ਵਿੱਚ ਪਿਆ ਹੋਇਆ ਇਨਸਾਨ, ਉਹ ਆਪਣੀ ਜ਼ਿੰਦਗੀ ਇੰਝ ਹੀ ਕੱਢ ਗਿਆ ਸਾਰੀ। ਹਾਂਜੀ। ਬੰਧਨ ਸੌਦਾ ਅਣ ਵਿਚਾਰੀ, ਬੰਧਨ ਸੌਦਾ ਅਣ ਵਿਚਾਰੀ। ਤਿਪਤ ਨਾਹੀ ਮਾਇਆ ਮੋਹ ਪਸਾਰੀ, ਤਿਪਤ ਨਾਹੀ ਮਾਇਆ ਮੋਹ ਪਸਾਰੀ। ਬਿਨਾਂ ਵਿਚਾਰ ਤੋਂ ਕੀਤਾ ਹੋਇਆ ਸੌਦਾ, ਕਹਿੰਦੇ ਮਾਰੇ ਕਹਿੰਦੇ ਉਹ ਵੀ ਬੰਧਨ ਹੈ, ਉਹ ਵੀ ਬੰਧਨ ਪੈ ਗਿਆ। ਤਿਪਤ ਨਾਹੀ ਮਾਇਆ ਮੋਹ ਪਸਾਰੀ, ਕਹਿੰਦੇ ਮਾਇਆ ਦੇ ਮੋਹ ਦਾ ਪਸਾਰਾ ਇੰਨਾ ਖਿਲਰ ਗਿਆ ਕਿ ਬੰਦਾ ਤ੍ਰਿਪਤ ਨਾ ਹੋ ਸਕਿਆ। ਕਰ ਕਰ ਥਾਕੇ ਵੱਡੇ ਵਡੇਰੇ, ਕਿਸੇ ਨਾ ਕੀਏ ਮਾਇਆ ਕਾਰਜ ਪੂਰੇ। ਮਾਇਆ ਤ੍ਰਿਸ਼ਨਾਵਾਂ ਨੂੰ ਇੰਨਾ ਤੇਜ਼ ਕਰ ਦਿੰਦੀ ਹੈ ਕਿ ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ ਹੈ। ਇਸ ਕਰਕੇ ਮਾਇਆ ਨੇ ਤ੍ਰਿਸ਼ਨਾਵਾਂ ਵਧਾ ਦਿੱਤੀ, ਤੇ ਉਹ ਤ੍ਰਿਸ਼ਨਾਵਾਂ ਨੇ ਦੁੱਖ ਕਰ ਦਿੱਤਾ, ਬੰਦੇ ਨੂੰ ਬੰਧਨ ਵਿੱਚ ਪਾ ਦਿੱਤਾ। ਹਾਂਜੀ। ਬੰਧਨ ਸ਼ਾ ਸੰਚੈ ਤਨ ਜਾਏ, ਬੰਧਨ ਸਾ ਸੰਚੈ ਤਨ ਜਾਏ। ਬਿਨ ਹਰ ਭਗਤ ਨ ਪਵਈ ਥਾਏ, ਬਿਨ ਹਰ ਭਗਤ ਨ ਪਵਈ ਥਾਏ। ਹੁਣ ਸ਼ਾਹੂਕਾਰ ਮਗਰੇ ਬੰਧਨ ਸ਼ਾਹ ਸੰਚੈ ਧਨ ਜਾਏ, ਇਹ ਬੰਧਨ ਹੈ। ਸ਼ਾਹੂਕਾਰ ਧਨ ਇਕੱਠਾ ਕਰਦਾ ਹੈ, ਪਰ ਉਹਦੇ ਮਨ ਅੰਦਰ ਡਰ ਬਣਿਆ ਰਹਿੰਦਾ ਕਿ ਤੇ ਮੇਰਾ ਧਨ ਚਲਾ ਨਾ ਜਾਏ, ਚੋਰੀ ਨਾ ਹੋ ਜਾਏ, ਘਾਟਾ ਨਾ ਪੈ ਜਾਏ। ਬਿਨ ਹਰ ਭਗਤ ਨਾ ਪਵਈ ਥਾਏ, ਪਰ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਕਬੂਲ ਨਹੀਂ ਹੋ ਸਕਦਾ ਦਰ ਦੇ ਉੱਤੇ। ਹੁਣ ਮਹਾਰਾਜ ਇਹ ਸੰਸਾਰ ਦੀਆਂ ਗੱਲਾਂ ਦੱਸਦੇ ਕਿ ਉਸ ਮਾਲਕ ਦੇ ਦਰ ਤੇ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ, ਖੋਜ ਤੋਂ ਬਿਨਾ, ਸਿਮਰਨ ਤੋਂ ਬਿਨਾ ਕਬੂਲ ਨਹੀਂ ਹੋ ਸਕਦਾ। ਨਹੀਂ ਤੇ ਕਰਮ ਧਰਮ ਜਿਹੜੇ ਨੇ ਇਹਨਾਂ ਵਿੱਚ ਫਸਿਆ ਹੋਇਆ ਵੀ ਬੰਦਾ ਹਉਮੈ ਵਿੱਚ ਪੈ ਗਿਆ ਕਿ ਮੈਂ ਇੰਨੇ ਪਾਠ ਕਰਦਾ, ਮੈਂ ਇੰਨੇ ਚਿਰ ਤੋਂ ਲੱਗਿਆ ਹੋਇਆ, ਮੈਂ ਆਹ ਕਰਦਾ ਆ ਰਿਹਾ। ਕਹਿੰਦੇ ਉਹ ਵੀ ਬੰਧਨ ਹੈ। ਹਉਮੈ ਇਹੋ ਬੰਧਨਾ, ਫਿਰ ਜੂਨੀ ਪਾਏ, ਬਾਰ-ਬਾਰ ਜੰਮਦਾ ਹੈ, ਮਰਦਾ ਹੈ, ਆਉਂਦਾ ਜਾਂਦਾ। ਇਹ ਹਉਮੈ ਦੇ ਬੰਧਨ ਨੇ ਸਾਰੇ। ਹਾਂਜੀ। ਬੰਧਨ ਵੇਦ ਬਾਦ ਅਹੰਕਾਰ, ਬੰਧਨ ਵੇਦ ਬਾਦ ਅਹੰਕਾਰ। ਬੰਧਨ ਵਿਨਸੈ ਮੋਹ ਵਿਕਾਰ, ਬੰਧਨ ਬਿਨਸੈ ਮੋਹ ਵਿਕਾਰ। ਹੁਣ ਬੰਧਨ ਵੇਦ ਬਾਦ ਅਹੰਕਾਰ, ਕਿ ਧਾਰਮਿਕ ਪੁਸਤਕਾਂ ਪੜ੍ਹੀਆਂ, ਚਾਰੇ ਵੇਦ ਪੜ੍ਹੇ,
ਪਰ ਬੰਧਨ ਚ ਆ ਗਿਆ। ਕਿਉਂ? ਵਾਦ ਵਿਵਾਦ ਖੜੇ ਕਰ ਦਿੱਤੇ, ਝਗੜੇ ਖੜੇ ਕਰ ਲਏ, ਹੰਕਾਰ ਪੈਦਾ ਹੋ ਗਿਆ ਕਿ ਮੈਂ ਬਹੁਤ ਕੁਝ ਜਾਣਦਾ। ਗਿਆਨ ਜਿਹੜਾ ਹੈ ਸ਼ਰਧਾ ਤੋਂ ਬਿਨਾ, ਪ੍ਰੇਮ ਤੋਂ ਬਿਨਾ, ਗਿਆਨ ਜਿਹੜਾ ਹੈ ਹੰਕਾਰ ਦਾ ਕਾਰਨ ਬਣ ਜਾਂਦਾ ਹੈ। ਤੇ ਕੱਲੀ ਸ਼ਰਧਾ ਗਿਆਨ ਤੋਂ ਬਿਨਾ ਅੰਧ ਵਿਸ਼ਵਾਸੀ ਕਰ ਦਿੰਦੀ ਬੰਦੇ ਨੂੰ। ਮਗਰ ਦੋਵੇਂ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ। ਇਸੇ ਕਰਕੇ ਮਗਰ ਧਾਰਮਿਕ ਪੁਸਤਕਾਂ ਦੇ ਪੜ੍ਹੀਆਂ, ਧਾਰਮਿਕ ਕਿਤਾਬਾਂ ਤੇ ਬੜੀਆਂ ਪੜ੍ਹੀਆਂ, ਪਰ ਬੰਧਨ ਚ ਪੈ ਗਿਆ, ਵਾਦੀ ਵਿਵਾਦੀ ਹੋ ਗਿਆ, ਝਗੜਾਲੂ ਹੋ ਬੈਠਾ। ਬੰਧਨ ਬਿਨਸੈ ਮੋਹ ਵਿਕਾਰ, ਕਿਹੜੇ ਮੋਹ ਵਿੱਚ ਪਿਆ ਹੋਇਆ, ਵਿਕਾਰਾਂ 'ਚ ਫਸਿਆ ਹੋਇਆ, ਬੰਧਨ 'ਚ ਪੈ ਗਿਆ। ਜਿੰਨਾ ਜਿੰਨਾ ਮੋਹ ਵੱਧਦਾ ਗਿਆ, ਵਿਕਾਰ ਵੱਧਦੇ ਗਏ, ਸਗੋਂ ਹੋਰ ਬੰਧਨਾਂ 'ਚ ਪੈ ਗਿਆ। ਹਾਂਜੀ। ਨਾਨਕ RAM ਨਾਮ ਸ਼ਰਣਾਈ, ਨਾਨਕ ਰਾਮ ਨਾਮ ਸਰਨਾਈ, ਸਤਿਗੁਰ ਰਾਖੇ ਬੰਧ ਨਾ ਪਾਈ। ਸਤਿਗੁਰ ਰਾਖੇ ਬੰਧ ਨਾ ਪਾਈ। ਤੇ ਅਖੀਰ 'ਚ ਫਿਰ ਮਹਾਰਾਜ ਨੇ ਫੈਸਲਾ ਦਿੱਤਾ, ਗੁਰੂ ਨਾਨਕ ਪਾਤਸ਼ਾਹ, ਨਾਨਕ RAM ਨਾਮ ਸ਼ਰਨਾਈ। ਮਹਾਰਾਜ ਕਹਿੰਦੇ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਦੀ ਸ਼ਰਨ ਵਿੱਚ ਆਏ, ਸਤਿਗੁਰੂ ਰਾਖੇ ਬੰਧ ਨਾ ਪਾਈ, ਸਤਿਗੁਰੂ ਨੇ ਰੱਖਿਆ ਕੀਤੀ, ਹੁਣ ਕੋਈ ਵੀ ਬੰਧਨ ਸਾਨੂੰ ਰੋਕ ਨਾ ਸਕਿਆ ਆਪਣੇ ਮੰਜ਼ਿਲ ਵੱਲ ਜਾਣ ਤੋਂ। ਕਿਉਂਕਿ ਇਹ ਸੰਸਾਰ ਤੇ ਜਿੰਨੇ ਵੀ ਰਿਸ਼ਤੇ ਨਾਤੇ ਨੇ ਉਹ ਫਿਰ ਸਮਝ ਆ ਗਏ ਕਿ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਏ। ਕੇਤੜਿਆਂ ਕੇ ਬਾਪ, ਕੇਤੜਿਆਂ ਕੇ ਬੇਟੇ ਇੱਥੇ ਹੁੰਦੇ ਆਏ ਤੇ ਹੁੰਦੇ ਰਹੇ, ਪਰ ਤੇਰਾ ਮਕਸਦ ਕੀ ਸੀ? ਤੇਰਾ ਆਉਣ ਦਾ ਮਕਸਦ ਕੀ ਹੈ ਸਾਡਾ? ਜਦੋਂ ਇਹ ਸੰਸਾਰ ਤੋਂ ਜਾਣਾ ਹੈ ਤਾਂ ਕਿੱਥੇ ਜਾਣਾ ਹੈ? ਤੈਨੂੰ ਜੋ ਰੋਲ ਮਿਲਿਆ ਹੁਣ, ਤੈਨੂੰ ਮਨੁੱਖਾ ਜਨਮ ਮਿਲਿਆ, ਉਹਦਾ ਤੂੰ ਕੀ ਕਰਨਾ ਸੀ? ਬਸ ਜਦੋਂ ਇਸ ਗੱਲ ਤੇ ਆਇਆ, ਸਤਿਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਜਦੋਂ ਅਸੀਂ ਸ਼ਰਨ ਵਿੱਚ ਚਲੇ ਗਏ ਆਪਣੀ ਮੈਂ ਨੂੰ ਛੱਡ ਕੇ, ਹੰਕਾਰ ਨੂੰ, ਤੇ ਗੁਰੂ ਨੇ ਸਾਡੇ ਬੰਧਨ ਕੱਢ ਦਿੱਤੇ। ਸਤਿਗੁਰੂ ਸਿੱਖ ਕੇ ਬੰਧਨ ਕੱਟ ਹੈ, ਗੁਰੂ ਕਾ ਸਿੱਖ ਵਿਕਾਰ ਤੇ ਹਟ ਹੈ। ਕਹਿੰਦੇ ਉਸੇ ਵੇਲੇ ਕਿਰਪਾ ਹੋਈ, ਬਖਸ਼ਿਸ਼ ਕੀਤੀ ਸਤਿਗੁਰੂ ਨੇ, ਇਹ ਬਖਸ਼ਿਸ਼ਾਂ ਕਰ ਦਿੱਤੀਆਂ ਕਿ ਬੰਧਨਾਂ ਤੋਂ ਕੱਟ ਕੇ ਹੁਣ ਸਾਨੂੰ ਸਿੱਧੇ ਰਾਹ ਪਾ ਦਿੱਤਾ ਤੇ ਨਾਮ ਨਾਲ ਜੋੜ ਦਿੱਤਾ। ਹੁਣ ਕੋਈ ਬੰਧ ਰਹਿ ਹੀ ਨਾ ਗਿਆ। ਹਾਂਜੀ। ਰਾਗ ਆਸਾ ਮਹੱਲਾ ਪਹਿਲਾ, ਰਾਗ ਆਸਾ ਮਹੱਲਾ ਪਹਿਲਾ, ਅਸ਼ਟਪਦੀਆਂ ਘਰ ਤੀਜਾ, ਅਸ਼ਟਪਦੀਆਂ ਘਰ ਤੀਜਾ, ਇੱਕ ਓੰਕਾਰ, ਇੱਕ ਓੰਕਾਰ, ਸਤਿਗੁਰ ਪ੍ਰਸਾਦ, ਸਤਿਗੁਰ ਪ੍ਰਸਾਦ, ਜਿਨ ਸਿਰ ਸੋਹਣ ਪੱਟੀਆਂ, ਜਿਨ ਸਿਰ ਸੋਹਣ ਪੱਟੀਆਂ, ਮੰਗੀ ਪਾਏ ਸੰਧੂਰ, ਮੰਗੀ ਪਾਏ ਸੰਦੂਰ, ਸੇ ਸਿਰ ਕਾਂਤੀ ਮੁਨੀਆਂ, ਸਿਰ ਕਾਂਤੀ ਮੁਨੀਆਂ, ਗਲ ਵਿੱਚ ਆਵੈ ਧੂੜ, ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ, ਮਹਿਲਾ ਅੰਦਰ ਹੁੰਦੀਆਂ, ਹੁਣ ਬਹਿਣ ਨਾ ਮਿਲਣ ਹਦੂਰ, ਵਹਿਣਾ ਮਿਲਨ ਹੰਦੂਰ, ਆਦੇਸ ਬਾਬਾ ਆਦੇਸ, ਆਦੇਸ ਬਾਬਾ ਆਦੇਸ, ਆਦ ਪੁਰਖ ਤੇਰਾ ਅੰਤ ਨਾ ਪਾਇਆ, ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੈ ਬੇਸ, ਕਰ ਕਰ ਦੇਖੈ ਬੇਸ, ਰਹਾਉ। ਰਹਾਉ। ਰਾਗ ਆਸਾ ਮਹੱਲਾ ਪਹਿਲਾ, ਅਸ਼ਟਪਦੀਆਂ ਘਰ ਤੀਜਾ, ਇੱਕ ਓੰਕਾਰ, ਸਤਿਗੁਰ ਪ੍ਰਸਾਦ। ਗੁਰੂ ਨਾਨਕ ਪਾਤਸ਼ਾਹ ਨੇ ਇਹ ਸ਼ਬਦ ਜਦੋਂ ਬਾਬਰ ਨੇ ਐਮਨਾਬਾਦ ਤੇ ਹਮਲਾ ਬੋਲਿਆ, ਉਸ ਵੇਲੇ ਦਾ ਇਤਿਹਾਸਕ ਸ਼ਬਦ ਹੈ, ਨਕਸ਼ਾ ਖਿੱਚਿਆ ਮਹਾਰਾਜ ਨੇ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਉਦੋਂ ਉੱਥੇ ਸਨ, ਉੱਥੇ ਵੇਖਿਆ ਮਹਾਰਾਜ ਨੇ ਕਿ ਜਿਨ੍ਹਾਂ ਨੇ ਪਹਿਲਾਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਪਹਿਲਾਂ ਉਹਨਾਂ ਲੋਕਾਂ ਨੂੰ ਸਮਝਾ ਦਿੱਤੀ ਆ ਕੇ, ਬਾਬਰ ਦੀ ਤਿਆਰੀ ਮਹਾਰਾਜ ਉੱਥੋਂ ਵੇਖ ਆਏ ਸਨ। ਆ ਕੇ ਐਮਨਾਬਾਦ ਦੇ ਲੋਕਾਂ ਨੂੰ, ਪਠਾਣਾ ਨੂੰ ਕਿਹਾ ਕਿ ਬਾਬਰ ਤੁਹਾਡੇ ਤੇ ਹਮਲਾ ਕਰੇਗਾ, ਉਹਦੇ ਕੋਲੇ ਆ ਚੀਜ਼ਾਂ ਨੇ, ਉਹਦੇ ਕੋਲੇ ਬੰਦੂਕਾਂ ਨੇ, ਤੁਹਾਡੇ ਕੋਲ ਤੇ ਤੀਰ ਕਮਾਨ ਹੀ ਨੇ, ਉਹਦੇ ਕੋਲੇ ਪੂਰੀ ਤਿਆਰੀ ਨਾਲ ਆਇਆ ਉਹ, ਇਸ ਕਰਕੇ ਉਹਦੀ ਤਿਆਰੀ ਲਈ ਤਕੜੇ ਹੋ ਜਾਓ। ਤੇ ਲੋਕਾਂ ਨੇ ਕਿਹਾ ਵੀ ਨਹੀਂ, ਇਹ ਤੇ ਬਾਬਾ ਐਵੇਂ ਕਹਿੰਦਾ ਹੈ। ਤੇ ਉਦੋਂ ਦੇ ਧਾਰਮਿਕ ਲੋਕਾਂ ਨੇ
ਕਿਹਾ ਕਿ ਅਸੀਂ ਜੱਗ ਕਰ ਦੇਵਾਂਗੇ, ਹਮਨ ਕਰ ਦਿਆਂਗੇ, ਅਸੀਂ ਮੰਤਰ ਪੜ੍ਹ ਦਿਆਂਗੇ, ਮੁਗਲ ਅੰਨੇ ਹੋ ਜਾਣਗੇ। ਉਹਦਾ ਫਿਰ ਨਕਸ਼ਾ ਮਹਾਰਾਜ ਨੇ ਖਿੱਚਿਆ ਕਿ ਉਦੋਂ ਫਿਰ ਕੀ ਕੁਝ ਵਾਪਰਿਆ ਉੱਥੇ। ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ। ਕਹਿੰਦੇ ਜਿਨ੍ਹਾਂ ਔਰਤਾਂ ਦੇ ਸੋਹਣੀਆਂ ਸਨ, ਵਿਆਹੀਆਂ ਹੋਈਆਂ ਸਨ, ਜਿਨ੍ਹਾਂ ਦੇ ਪੱਟੀਆਂ ਸ਼ੋਭਨੀਕ ਸਨ, ਭਾਵ ਸੋਹਣੇ ਸ਼ਿੰਗਾਰ ਕੀਤੇ ਹੋਏ ਸਨ, ਸੰਧੂਰ ਪਾਏ ਹੋਏ, ਵਿਆਹੀਆਂ ਹੋਈਆਂ ਸਨ, ਸੇ ਸਿਰ ਕਾਤੀ ਮੁੰਨੀਆਂ। ਕਹਿੰਦੇ ਅਗਲਿਆਂ ਨੇ ਉਹ ਸਿਰ ਕੈਂਚੀਆਂ ਨਾਲ, ਕਾਤੀ ਸ਼ਬਦ ਕੈਂਚੀ, ਕਹਿੰਦੇ ਕੈਂਚੀ ਨਾਲ ਸਿਰ ਮੁੰਨ ਦਿੱਤੇ ਉਹਨਾਂ ਦੇ। ਕਿਉਂਕਿ ਹਿੰਦੁਸਤਾਨ ਦੇ ਵਿੱਚ ਇਹ ਗੱਲ ਹਿੰਦੂ ਧਰਮ ਦੇ ਵਿੱਚ ਹੈ ਕਿ ਜਿਸ ਔਰਤ ਦਾ ਪਤੀ ਮਰ ਜਾਂਦਾ ਹੈ ਉਹਦੇ ਵਾਲ ਮੁੰਨ ਦਿੰਦੇ ਨੇ। ਹੁਣ ਤਾਂ ਖੈਰ ਆਪੇ ਬਣਾਈ ਫਿਰਦੀਆਂ ਨੇ, ਹੁਣ ਤਾਂ ਸ਼ੌਕ ਨਾਲ ਹੀ ਬਣਾਈ ਫਿਰਦੀਆਂ ਨੇ ਨਾ। ਪਹਿਲਾਂ ਵਾਲ ਉਹਦੇ ਕੱਟਦੇ ਸਨ ਔਰਤ ਦੇ ਜਿਹਦਾ ਪਤੀ ਮਰ ਜਾਂਦਾ ਸੀ। ਇੱਥੇ ਮੈਂ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ, ਤੇ ਗਲ ਵਿੱਚ ਧੂੜ ਪਈ ਹੈ, ਭਾਵ ਬੁਰਾ ਹਾਲ ਹੈ ਸਰੀਰ ਦਾ। ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਜਿਹੜੀਆਂ ਮਹਿਲਾਂ ਵਿੱਚ ਰਹਿੰਦੀਆਂ ਸਨ ਕਹਿੰਦੇ ਹੁਣ ਸ਼ਰੇਆਮ ਬਹਿਣਾ ਨਹੀਂ ਮਿਲਦਾ ਉਹਨਾਂ ਨੂੰ, ਬੈਠਣ ਨੂੰ ਕੋਈ ਥਾਂ ਨਹੀਂ ਹੈ ਕਿਤੇ। ਜਿਹੜੀਆਂ ਪਹਿਲਾਂ ਮਹਿਲਾਂ ਚੋਂ ਬਾਹਰ ਨਹੀਂ ਨਿਕਲਦੀਆਂ ਸਨ, ਕਹਿੰਦੇ ਇਹ ਹਾਲਤ ਹੋ ਗਈ। ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੈ ਵੇਸ। ਰਹਾਉ ਮਹਾਰਾਜ ਪ੍ਰਮਾਤਮਾ ਨੂੰ ਸੰਬੋਧਨ, ਹੈ ਪ੍ਰਭੂ ਜੀ ਤੁਹਾਨੂੰ ਨਮਸਕਾਰ ਹੈ। ਆਦ ਪੁਰਖ ਤੇਰਾ ਅੰਤ ਨਾ ਪਾਇਆ, ਤੇਰਾ ਕੋਈ ਹੁਣ ਤੱਕ ਅੰਤ ਨਹੀਂ ਪਾ ਸਕਿਆ। ਤੂੰ ਵੱਖ-ਵੱਖ ਤਰੀਕਿਆਂ ਦੁਆਰਾ, ਵੱਖ-ਵੱਖ ਰੰਗ ਤਮਾਸ਼ੇ ਨਾਲ ਇਹ ਸੰਸਾਰ ਨੂੰ ਤੂੰ ਵੇਖ ਰਿਹਾ ਹੈ, ਇਹ ਸੰਸਾਰ ਵਿੱਚ ਖੇਡ ਨੂੰ ਖੇਡ ਰਿਹਾ ਹੈ। ਤੈਨੂੰ ਕੋਈ ਸਮਝ ਨਹੀਂ ਸਕਿਆ ਅਜੇ ਤੱਕ, ਤੈਨੂੰ ਕੋਈ ਜਾਣ ਨਹੀਂ ਸਕਿਆ। ਹਾਂਜੀ। ਜਦ ਹੋਸੀਆਂ ਵਿਆਹੀਆਂ, ਲਾੜੇ ਸੋਹਣ ਪਾਸ, ਲਾੜੇ ਸੋਹਣ ਪਾਸ, ਹਿਡੋਲੀ ਚੜਿਆਈਆਂ, ਹਿੰਡੋਲੀ ਚੜ ਆਈਆਂ, ਦੰਦ ਖੰਡ ਕੀਤੇ ਰਾਸ, ਖੰਡ ਕੀਤੇ ਰਾਸ, ਉੱਪਰੋਂ ਪਾਣੀ ਵਾਰੀਐ, ਉੱਪਰੋਂ ਪਾਣੀ ਵਾਰੀਐ, ਝੱਲੇ ਚਿਮਕਣ ਪਾਸ। ਝੱਲੇ ਚਿਮਕਣ ਪਾਸ। ਮਹਾਰਾਜ ਕਹਿੰਦੇ ਕਿ ਵੇਖੋ ਐਸ਼ਪ੍ਰਸਤ ਦੀ ਜ਼ਿੰਦਗੀ ਜਿਉਂਦੀ ਹੈ। ਜਦੋਂ ਮਨੁੱਖ ਐਸ਼ ਵਿੱਚ ਪੈ ਗਿਆ ਤੇ ਆਪਣੇ ਜੀਵਨ ਨੂੰ ਭੁੱਲ ਬੈਠਾ। ਕਿਸੇ ਵਿਦਵਾਨ ਨੇ ਲਿਖਿਆ ਇਹ ਗੱਲ ਨੂੰ ਕਿ ਜੇ ਤੁਸੀਂ ਆਜ਼ਾਦ ਰਹਿਣਾ ਚਾਹੁੰਦੇ ਹੋ ਤਾਂ ਸ਼ਸਤਰਧਾਰੀ ਹੋ ਕੇ ਜਿਉਣਾ ਪਏਗਾ। ਜੇ ਆਜ਼ਾਦ ਰਹਿਣਾ ਚਾਹੁੰਦੇ ਹੋ ਨਾ ਤਾਂ ਸ਼ਸਤਰਧਾਰੀ ਹੋ ਕੇ ਜਿਉਣਾ ਪਏਗਾ। ਹਿੰਦੁਸਤਾਨ 1965 ਦੀ ਲੜਾਈ ਇਸੇ ਕਰਕੇ ਹਾਰਿਆ। ਨਹਿਰੂ ਕਹਿੰਦਾ ਕਿ ਹੁਣ ਫੌਜ ਦੀ ਲੋੜ ਨਹੀਂ, ਹੁਣ ਫੌਜ ਦੀ ਕੋਈ ਲੋੜ ਨਹੀਂ, ਹਿੰਦੀ ਚੀਨੀ ਭਾਈ ਭਾਈ ਇਹ ਨਾਰਾ ਲੱਗਿਆ। ਤੇ ਜਦੋਂ ਅਗਲੇ ਨੇ ਹਮਲਾ ਕਰ ਦਿੱਤਾ ਤੇ ਉਦੋਂ ਲੋੜ ਪਈ ਕਿ ਨਹੀਂ, ਜੇ ਸ਼ਾਂਤੀ ਚਾਹੁੰਦੇ ਹੋ ਤਾਂ ਸ਼ਸਤਰਧਾਰੀ ਹੋਣਾ ਪਏਗਾ, ਸ਼ਾਂਤੀ ਤਾਂ ਹੀ ਰਹੇਗੀ। ਤਾਂ ਮਹਾਰਾਜ ਕਹਿੰਦੇ ਨੇ ਕਿ ਉਹ ਇੰਨਾ ਭੁੱਲ ਬੈਠੀਆਂ ਕਿ ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ, ਜਦੋਂ ਦੀਆਂ ਵਿਆਹੀਆਂ ਨੇ ਹਮੇਸ਼ਾ ਆਪਣੇ ਘਰ ਵਾਲਿਆਂ ਦੇ ਨਾਲ ਰਹੀਆਂ, ਅੰਗ ਸੰਗ ਰਹੀਆਂ। ਹਿੰਡੋਲੀ ਚੜਿਆਈਆਂ, ਦੰਦ ਖੰਡ ਕੀਤੇ ਰਾਸ। ਕਹਿੰਦੇ ਵੇਖ ਹਿੰਡੋਲੀ ਭਾਵ ਉਹ ਪਾਲਕੀਆਂ 'ਚ ਬਹਿ ਕੇ ਆਈਆਂ। ਹਿੰਡੋਲੀ ਕਹਿੰਦੇ ਨੇ ਪਾਲਕੀਆਂ 'ਚ, ਅੱਜ ਕੱਲ੍ਹ ਕਾਰਾਂ ਆ ਗਈਆਂ, ਅੱਗੇ ਪਾਲਕੀਆਂ 'ਚ ਆਉਂਦੇ ਸੀ ਡੋਲੀਆਂ। ਕਹਿੰਦੇ ਉਹਨਾਂ ਨੇ ਹਾਥੀ ਦੰਦ ਦੇ ਚੂੜੇ ਪਹਿਨੇ ਹੋਏ ਨੇ, ਬੜੇ ਸ਼ਿੰਗਾਰ ਕੀਤੇ ਹੋਏ ਨੇ। ਹਿੰਡੋਲੀ ਚੜਿਆਈਆਂ, ਦੰਦ ਖੰਡ ਕੀਤੇ ਰਾਸ, ਉੱਪਰੋਂ ਪਾਣੀ ਵਾਰੀਐ, ਝੱਲੇ ਝਿਮਕਣ ਪਾਸ। ਕਹਿੰਦੇ ਸ਼ਗਨ ਪਏ ਹੁੰਦੇ ਨੇ, ਜਦੋਂ ਵੀ ਆਉਂਦਾ ਕੋਈ ਪਾਣੀ ਵਾਰ ਕੇ ਪੀਂਦਾ ਹੈ ਤੇ ਆਲੇ ਦੁਆਲੇ ਪੱਖਿਆਂ ਨੂੰ, ਸ਼ੀਸ਼ਿਆਂ ਵਾਲੇ ਪੱਖੇ ਝਮਕਦੇ ਨੇ, ਭਾਵ ਝੱਲਣ ਵਾਸਤੇ ਅੱਗੋਂ ਨੌਕਰ ਰੱਖੇ ਹੋਏ ਨੇ। ਅੱਜ ਕੱਲ੍ਹ ਤੇ ਖੈਰ ਪੱਖੇ ਦੂਜੇ ਆ ਗਏ, ਹੁਣ ਤਾਂ ਕੂਲਰ ਏਸੀ ਹੋ ਗਏ। ਉਦੋਂ ਉਹਨਾਂ ਨੇ ਲੋਕਾਂ ਲਈ ਇਹ ਚੀਜ਼ਾਂ ਐਸ਼-ਪ੍ਰਸਤੀ ਵਾਲੀਆਂ ਸਨ ਕਿ ਉਹਨਾਂ ਨੇ ਇਧਰ ਨੂੰ ਧਿਆਨ ਦਿੱਤਾ ਹੀ ਨਹੀਂ ਜੀਵਨ ਵੱਲ, ਆਪਣੇ ਵੱਲ। ਉਹ ਆਪਣੀ ਐਸ਼-ਪ੍ਰਸਤੀ ਵਿੱਚ ਪੂਰਨ ਤੌਰ ਤੇ ਅਯਾਸ਼ੀ ਵਿੱਚ ਲੱਗੇ ਹੋਏ ਸਨ ਲੋਕ। ਹਾਂਜੀ। 1 ਲੱਖ
ਲੱਖ ਲਹਨ ਬੈਠੀਆਂ 1 ਲੱਖ ਲਹਿਣ ਬੈਠੀਆਂ 1 ਲੱਖ ਲਹਨ ਖੜੀਆਂ ਲੈਣ ਖੜੀਆਂ 1 ਲੱਖ ਲਹਨ ਬੈਠੀਆਂ 1 ਲੱਖ ਲਹਿਣ ਬੈਠੀਆਂ ਲੱਖ ਲਹਨ ਖੜੀਆਂ ਲੱਖ ਲਹਿਣ ਖੜੀਆਂ ਗਿਰੀ ਸ਼ਵਾਰੇ ਖਾਂਦੀਆਂ ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇ ਜੜੀਆਂ ਆਨਨ ਸੇ ਜੜੀਆਂ 3 ਗਲ ਸਿਲਕਾਂ ਪਾਈਆਂ ਗਲ ਸਿਲਕਾਂ ਪਾਈਆਂ ਟੂਟਨ ਮੋਤ ਸਰੀਆਂ ਟੁੱਟਣ ਮੋਤ ਸਰੀਆਂ 1 ਲੱਖ ਲਹਿਣ ਬੈਠੀਆਂ 1 ਲੱਖ ਲਹਿਣ ਖੜੀਆਂ ਕਹਿੰਦੇ ਲੱਖ ਲੱਖ ਦੇ ਸ਼ਗਨ ਪੈਂਦੇ ਨੇ ਪਏ ਬਹਿੰਦੇ ਆ ਉੱਠਦੇ ਆ ਰਹੇ ਨੇ ਲੋਕ ਲੱਖਾਂ ਦੇ ਸ਼ਗਨ ਪੈਂਦੇ ਨੇ ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇ ਜੜੀਆਂ ਚੰਗੇ ਗਰੀ ਸ਼ੁਹਾਰੇ ਮੇਵੇ ਖਾਂਦੀਆਂ ਤੇ ਚੰਗੀਆਂ ਸੇਜਾਂ ਪੀਆਂ ਮੰਨਦੀਆਂ ਨੇ 3 ਗਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ ਇੱਥੇ ਗੁਰੂ ਨਾਨਕ ਪਾਤਸ਼ਾਹ ਜਦੋਂ ਫਿਰ ਬਾਬਰ ਨੇ ਹਮਲਾ ਕੀਤਾ ਉਹਨਾਂ ਦੇ ਗਲ 'ਚ ਰੱਸੀਆਂ ਪੈ ਗਈਆਂ ਤੇ ਜਿਹੜੇ ਮੋਤੀਆਂ ਦੇ ਹਾਰ ਨੇ ਟੁੱਟ ਕੇ ਆਉ ਗਏ ਜਿਹੜੇ ਗਾਲ ਮੋਤੀਆਂ ਦੇ ਹਾਰ ਪਏ ਸਨ ਕਹਿੰਦੇ ਬੇਪਤੀ ਹੋ ਗਈ ਤੇ ਨਾਲ ਦੀ ਨਾਲ ਉਹ ਟੁੱਟ ਕੇ ਸਭ ਕੁਝ ਚਲਾ ਗਿਆ ਉਹ ਬੇਪਤੀ ਵਿੱਚ ਬਾਬਰ ਨੇ ਜਦੋਂ ਹਮਲਾ ਕੀਤਾ ਕਿ ਜਦੋਂ ਦੂਜੀਆਂ ਫੌਜਾਂ ਹਮਲਾ ਕਰਦੀਆਂ ਨੇ ਆਪਾਂ ਵੇਖਦੇ ਹਾਂ ਕਿ ਬੜਾ ਕੁਝ ਹੁੰਦਾ ਹੈ ਹਮੇਸ਼ਾ ਹੀ ਝੱਲਣਾ ਔਰਤ ਨੂੰ ਹੀ ਪਿਆ ਜਦੋਂ ਵੀ ਲੜਾਈਆਂ ਹੋਈਆਂ ਨੇ ਜਿੰਨਾ ਦੁੱਖ ਔਰਤ ਨੂੰ ਝੱਲਣਾ ਪਿਆ ਹੋਰ ਕਿਸੇ ਨੂੰ ਨਹੀਂ ਝੱਲਣਾ ਪਿਆ ਕਿ ਜੇ ਪੁੱਤਰ ਮਰਿਆ ਤਾਂ ਵੀ ਔਰਤ ਦਾ ਹੈ ਪਤੀ ਮਰਿਆ ਤਾਂ ਵੀ ਔਰਤ ਦਾ ਹੈ ਬਗਾਨਾ ਮਰਿਆ ਤਾਂ ਉਹ ਵੀ ਕਿਸੇ ਦਾ ਮਾਂ ਦਾ ਪੁੱਤ ਹੈ ਦੁਸ਼ਮਣ ਦਾ ਮਰਿਆ ਉਹ ਵੀ ਕਿਸੇ ਦਾ ਪਤੀ ਹੈ ਤੇ ਝੱਲਣਾ ਕਿਹਨੂੰ ਪਿਆ ਝੱਲਣਾ ਔਰਤ ਨੂੰ ਪਿਆ ਹਮੇਸ਼ਾ ਕਹਿੰਦੇ ਉਹਨਾਂ ਜਿਹੜੇ ਮੋਤੀਆਂ ਦੇ ਗਲ ਪਏ ਹੋਏ ਸਨ ਹਾਰ ਕਹਿੰਦੇ ਟੁੱਟ ਟੁੱਟ ਕੇ ਉਹ ਚਲੇ ਗਏ ਸਾਰੇ ਹਾਂਜੀ ਧਨ ਜੋਬਨ ਦੋਏ ਬੈਰੀ ਹੋਏ ਧਨ ਜੋਬਨ ਦੋਏ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ ਜਿਨੀ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ ਲੈ ਚੱਲੇ ਪੱਤ ਗਵਾਏ ਜੇ ਤਿਸ ਭਾਵੈ ਦੇ ਵਡਿਆਈ ਜੇ ਤਿਸ ਭਾਵੈ ਦੇ ਵਡਿਆਈ ਜੇ ਭਾਵੈ ਦੇ ਸਜਾਏ ਜੇ ਭਾਵੈ ਦੇ ਸਜਾਏ ਹੁਣ ਮਹਾਰਾਜ ਕਹਿੰਦੇ ਜਦੋਂ ਹਮਲਾ ਹੁੰਦਾ ਹੈ ਫੌਜਾਂ ਕਰਦੀਆਂ ਨੇ ਲੜਾਈਆਂ ਹੁੰਦੀਆਂ ਨੇ ਉਹਦੇ 'ਚ 2 ਚੀਜ਼ਾਂ ਲੁੱਟੀਆਂ ਜਾਂਦੀਆਂ ਨੇ ਜਾਂ ਤੇ ਔਰਤ ਦਾ ਸੁਹੱਪਣ ਤੇ ਜਾਂ ਫਿਰ ਧਨ ਦੋਵੇਂ ਚੀਜ਼ਾਂ ਹੀ ਉਹਨਾਂ ਦੇ ਵੈਰੀ ਹੋ ਗਈਆਂ ਸੁਹੱਪਣ ਵੀ ਸੀ ਤੇ ਨਾਲ ਧਨ ਦੌਲਤ ਸੀ ਧਨ ਜੋਬਨ ਦੋਏ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ ਜਿਨ੍ਹਾਂ ਨੇ ਇਹਦੇ ਨਾਲ ਪ੍ਰੇਮ ਪਾ ਕੇ ਰੱਖਿਆ ਧਨ ਨਾਲ ਤੇ ਸਰੀਰ ਨਾਲ ਕਹਿੰਦੇ ਇਹ ਦੋਵੇਂ ਚੀਜ਼ਾਂ ਉਹਨਾਂ ਦੀ ਵੈਰੀ ਹੋ ਗਈਆਂ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ ਉਹਨਾਂ ਦੂਤਾਂ ਨੂੰ ਸਿਪਾਹੀਆਂ ਨੂੰ ਫਰਮਾਇਆ ਹੁਕਮ ਹੋ ਗਿਆ ਕਹਿੰਦੇ ਪੱਤ ਗਵਾ ਦਿੱਤੀ ਇੱਜ਼ਤ ਰੁੜ ਗਈ ਉਹਨਾਂ ਦੀ ਜੇ ਤਿਸ ਭਾਵੈ ਦੇ ਵਡਿਆਈ ਜੇ ਭਾਵੈ ਦੇ ਸਜਾਏ ਹਾਂ ਇਹ ਮਾਲਕ ਦਾ ਹੁਕਮ ਹੈ ਜੇ ਉਹਨੂੰ ਭਾਉਂਦਾ ਤੇ ਵਡਿਆਈਆਂ ਦਿੰਦਾ ਜੇ ਉਹਨੂੰ ਭਾਉਂਦਾ ਤੇ ਸਜ਼ਾਵਾਂ ਵੀ ਦੇ ਸਕਦਾ ਹੈ ਇਹ ਉਹਦੀ ਮਰਜ਼ੀ ਹੈ ਮੈਂ ਕਹਿੰਦੇ ਕਿਸੇ ਦਾ ਤੇ ਜ਼ੋਰ ਕੋਈ ਨਹੀਂ ਜੇ ਕੋਈ ਕਵੇ ਕਿ ਮੈਂ ਕਰ ਸਕਦੇ ਸੀ ਅਸੀਂ ਰੋਕ ਸਕਦੇ ਸੀ ਮਹਾਰਾਜ ਕਿ ਨਹੀਂ ਇਹ ਸਾਰਾ ਕੁਝ ਉਹਦੇ ਭਾਣੇ ਵਿੱਚ ਹੈ ਇਹ ਸਾਰਾ ਕੁਝ ਉਸ ਮਾਲਕ ਦੇ ਭਾਣੇ ਵਿੱਚ ਹੋਇਆ ਆ ਹੁਣ 84 ਚ ਹੋਇਆ ਜਿਹੜਾ ਕੁਝ ਹੋਇਆ ਆਪਾਂ ਵੇਖਿਆ ਕਿ ਕੋਈ ਰੋਕ ਨਹੀਂ ਸਕਿਆ ਚੰਗੇ ਚੰਗੇ ਵਿਦਵਾਨ ਲੋਕ ਚੰਗੇ ਚੰਗੇ ਤਕੜੇ ਲੀਡਰ ਲੋਕ ਨਹੀਂ ਰੋਕ ਸਕੇ ਕਿਉਂਕਿ ਇਹ ਮਾਲਕ ਨੂੰ ਭਾਉਂਦਾ ਸੀ ਇਹ ਇੰਜ ਹੀ ਹੋਣਾ ਸੀ ਕਿਉਂਕਿ ਲੋਕ ਭੁੱਲ ਬੈਠੇ ਸਨ ਆਪਣੀ ਜ਼ਿੰਦਗੀ ਨੂੰ ਆਪਣੀ ਅਸਲੀਅਤ ਨੂੰ ਉਸ ਪਰਮਾਤਮਾ ਦੇ ਨਾਮ ਨੂੰ ਗੁਰੂ ਦੇ ਉਪਦੇਸ਼ ਨੂੰ ਇਸ ਕਰਕੇ ਇੰਜ ਹੋਇਆ ਤੇ ਮੈਂ ਕਹਿੰਦਾ ਉਸ ਮਾਲਕ ਦਾ ਭਾਣਾ ਹੈ ਉਹ ਵਡਿਆਈ ਦੇਣ ਵਾਲਾ ਵੀ ਆਪ ਹੈ ਸਜ਼ਾਵਾਂ ਦੇਣ ਵਾਲਾ ਵੀ ਉਹ ਆਪ ਹੈ ਹਾਂਜੀ ਅੱਗੋਂ ਦੇ ਜੇ ਚੇਤੀਐ ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਏ ਮਿਲੈ ਸਜਾਏ ਸ਼ਾਹਾਂ ਸੁਰਤ ਗਵਾਈਆਂ ਸੁਰਤ ਗਵਾਈਆਂ
ਰੰਗ ਤਮਾਸ਼ਾ ਚਾਏ ਰੰਗ ਤਮਾਸ਼ਾ ਚਾਏ ਬਾਬਰ ਵਾਣੀ ਫਿਰ ਗਈ ਬਾਬਰ ਵਾਣੀ ਫਿਰ ਗਈ ਕੋਈ ਨਾ ਰੋਟੀ ਖਾਏ ਪੈਰ ਨਾ ਰੋਟੀ ਖਾਏ ਹਾਂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਅੱਗੋਂ ਦੇ ਜੇ ਚੇਤੀ ਐ ਤਾਂ ਕਾਇਤ ਮਿਲੈ ਸਜਾਏ। ਜੇ ਵੇਲੇ ਸਿਰ ਚੇਤੀ ਹੁੰਦੀ ਇਹ ਗੱਲ ਤਾਂ ਸਜ਼ਾਵਾਂ ਕਿਉਂ ਮਿਲਦੀਆਂ? ਜੇ ਪਹਿਲਾਂ ਤੋਂ ਇਹ ਗੱਲ ਨੂੰ ਚੇਤੇ ਰੱਖਿਆ ਹੁੰਦਾ, ਕਿਉਂਕਿ ਮੌਤ ਤੇ ਮੁਸੀਬਤ ਕਦੋਂ ਵੀ ਆ ਸਕਦੀ ਹੈ। ਇਸ ਕਰਕੇ ਸਿੰਘ ਜਿਹੜਾ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ। ਤਿਆਰ ਬਰ ਤਿਆਰ ਦਾ ਮਤਲਬ ਹੀ ਇਹੀ ਹੁੰਦਾ ਹੈ ਕਿ ਹਰ ਤਰ੍ਹਾਂ ਦੀ ਹਾਲਤ ਦਾ ਮੁਕਾਬਲਾ ਕਰਨਾ। ਸਾਨੂੰ ਮਹਾਰਾਜ ਨੇ ਇੱਕ ਲਫ਼ਜ਼ ਦਿੱਤਾ ਹੈ, ਚੜ੍ਹਦੀ ਕਲਾ ਤੇ ਤਿਆਰ ਖਾਲਸਾ ਤਿਆਰ ਬਰ ਤਿਆਰ। ਤਿਆਰ ਬਰ ਤਿਆਰ ਤੋਂ ਭਾਵ ਇਹੀ ਹੈ, ਭਾਵੇਂ ਜੋ ਵੀ ਮੁਸੀਬਤ ਕਿਉਂ ਨਾ ਆ ਜਾਏ ਉਹਦੇ ਲਈ ਤਿਆਰ ਰਹਿਣਾ। ਦੁੱਖ ਤੇ ਸੁੱਖ ਇੱਕੋ ਜਿਹੇ ਨੇ, ਆਉਂਦੇ ਜਾਂਦੇ ਰਹਿੰਦੇ ਨੇ, ਪਰ ਅਸੀਂ ਸੁੱਖਾਂ ਵਿੱਚ ਭੁੱਲ ਜਾਂਦੇ ਹਾਂ, ਸਾਰਾ ਕੁਝ ਅਵੇਸਲੇ ਹੋ ਜਾਂਦੇ ਹਾਂ। ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੈ ਸਜਾਏ ਸ਼ਾਹਾਂ ਸੁਰਤ ਗਵਾਈਆਂ ਰੰਗ ਤਮਾਸ਼ਾ ਚਾਏ। ਜਿਹੜੇ ਸ਼ਾਹ ਸਨ, ਰਾਜੇ ਸਨ, ਕਹਿੰਦੇ ਆਪਣੀ ਅਸਲੀਅਤ ਨੂੰ, ਆਪਣੇ ਫਰਜ਼ਾਂ ਨੂੰ ਭੁੱਲ ਬੈਠੇ। ਉਹ ਤੇ ਰੰਗ ਤਮਾਸ਼ਿਆਂ ਵਿੱਚ ਪਏ ਹੋਏ ਨੇ, ਉਹਦੇ ਰੰਗ ਤਮਾਸ਼ਿਆਂ ਵਿੱਚ ਪਏ ਹੋਏ ਨੇ, ਸ਼ਰਾਬਾਂ ਵਿੱਚ, ਹੋਰ ਰੰਗ ਤਮਾਸ਼ਿਆਂ 'ਚ ਪਏ ਹੋਏ, ਆਪਣੇ ਜੀਵਨ ਨੂੰ, ਆਪਣੀਆਂ ਅਸਲੀਅਤ ਨੂੰ, ਆਪਣੇ ਫਰਜ਼ਾਂ ਨੂੰ ਭੁੱਲ ਬੈਠੇ। ਬਾਬਰ ਬਾਣੀ ਫਿਰ ਗਈ ਕੋਈ ਨਾ ਰੋਟੀ ਖਾਏ। ਕਹਿੰਦੇ ਬਾਬਰ ਬਾਣੀ ਫਿਰ ਗਈ, ਭਾਵ ਬਾਬਰ ਦਾ ਹੁਕਮ ਚੱਲਿਆ। ਉੱਥੇ ਜਿਹੜੇ ਰਾਜਿਆਂ ਦੇ ਪੁੱਤਰ ਸਨ, ਉਹਨਾਂ ਨੂੰ ਕੋਇਰ ਕਹਿੰਦੇ ਨੇ, ਕੰਵਰ ਕਹਿੰਦੇ ਆ, ਸ਼ਹਿਜ਼ਾਦੇ ਕਹਿੰਦੇ ਆ, ਕਹਿੰਦੇ ਉਹਨਾਂ ਨੂੰ ਖਾਣ ਨੂੰ ਰੋਟੀ ਤੱਕ ਨਾ ਮਿਲੀ। ਭਾਵ ਬਾਬਰ ਬਾਣੀ ਐਸੀ ਫਿਰੀ, ਹੱਲਾ ਹੋਇਆ ਜ਼ਬਰਦਸਤ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ, ਭੱਜ ਗਏ। ਹਾਂਜੀ, ਇੱਕ ਨਾ ਵਕਤ ਖੁਆਈਐ ਇੱਕ ਨਾ ਵਕਤ ਖਵਾਈਐ ਇੱਕ ਨਾ ਪੂਜਾ ਜਾਏ ਇੱਕ ਨਾ ਪੂਜਾ ਜਾਏ ਚੌਂਕੇ ਬਿਨ ਹਿੰਦਵਾਣੀਆਂ ਚੌਂਕੇ ਬਿਨ ਹੰਦਵਾਣੀਆਂ ਕਿਉਂ ਟਿੱਕੇ ਕੱਢੈ ਨਾਏ ਕਿਉਂ ਟਿੱਕੇ ਕੱਢੇ ਨਾਏ ਰਾਮ ਨ ਕਬਹੂ ਚੇਤਿਓ ਰਾਮ ਨਾ ਕਬੂ ਚੇਤਿਓ ਹੁਣ ਕਹਿਣ ਨਾ ਮਿਲੈ ਖੁਦਾਏ ਹਮ ਕਹਿਣ ਨਾ ਮਿਲੈ ਖੁਦਾਏ। ਮਹਾਰਾਜ ਕਹਿੰਦੇ ਜਦੋਂ ਬਾਬਰ ਨੇ ਹਮਲਾ ਕੀਤਾ, ਇੱਕ ਨਾ ਵਕਤ ਖਵਾਈ ਹੈ ਇੱਕ ਨਾ ਪੂਜਾ ਜਾਏ। ਕਿਉਂਕਿ ਪਠਾਨ ਜਿਹੜੇ ਮੁਸਲਮਾਨ ਲੋਕ ਨੇ ਉਹ ਆਪਣਾ ਵਕਤ ਪੰਜ ਨਮਾਜ਼ਾਂ ਦਾ ਖੁੰਝਣ ਨਹੀਂ ਦਿੰਦੇ। ਕਹਿੰਦੇ ਵੇਖੋ ਜਦੋਂ ਹਮਲਾ ਹੋਇਆ ਉਹ ਵਕਤ ਖੁੰਝ ਗਏ। ਸਵੇਰੇ ਤੇ ਸ਼ਾਮ ਦੀ ਪੂਜਾ ਕਰਨ ਵਾਲੇ ਹਿੰਦੂ, ਸੰਧਿਆ ਦਾ ਪਾਠ ਕਰਨ ਵਾਲੇ, ਕਹਿੰਦੇ ਉਹਨਾਂ ਦੀ ਪੂਜਾ ਵੀ ਚਲੀ ਗਈ। ਕਿਉਂਕਿ ਹਮਲਾ ਹੋਇਆ, ਜ਼ਬਰਦਸਤ ਅੱਗਾਂ ਲੱਗ ਗਈਆਂ ਮਕਾਨਾਂ ਨੂੰ। ਚੌਂਕੇ ਬਿਨ ਹੰਦਵਾਣੀਆਂ ਕਿਉਂ ਟਿੱਕੇ ਕੱਢੈ ਨਾਏ। ਜਿਹੜੇ ਕਿ ਪਹਿਲਾਂ ਚੌਂਕੇ 'ਚ ਨਹਾ ਕੇ ਜਾ ਕੇ ਫਿਰ ਉਹ ਆਪਣਾ ਕੰਮ ਕਰਦੇ ਸੀ, ਕਹਿੰਦੇ ਉਸ ਹਿੰਦੂਆਂ ਦੀਆਂ ਹਿੰਦਵਾਣੀਆਂ ਔਰਤਾਂ ਉਹ ਹੁਣ ਟਿੱਕੇ ਕੱਢਣੋਂ ਵੀ ਰਹਿ ਗਈਆਂ। ਭਾਵ ਨਹਾ ਕੇ ਸਾਰਾ ਕੰਮ ਕਰਦੀਆਂ ਸਨ ਪਹਿਲਾਂ, ਕਹਿੰਦੇ ਉਹ ਨਹਾਉਣ ਦਾ ਸਮਾਂ ਵੀ ਬੀਤ ਗਿਆ ਉਹਨਾਂ ਦਾ। ਭਾਵ ਜਿਹੜਾ ਰੂਟੀਨ ਦਾ ਕੰਮ ਸੀ ਰੋਜ਼, ਉਹ ਸਾਰਾ ਕੁਝ ਉਗੜ ਦੁਗੜ ਹੋ ਗਿਆ। ਰਾਮ ਨਾ ਕਬਹੂ ਚੇਤਿਓ ਹੁਣ ਕਹਿਣ ਨਾ ਮਿਲੈ ਖੁਦਾਏ। ਮੈਂ ਕਹਿੰਦੇ ਪਹਿਲਾਂ ਤੇ ਉਸ ਪਰਮਾਤਮਾ ਨੂੰ ਸਿਮਰਿਆ ਨਹੀਂ, ਹੁਣ ਕਹਿਣ ਨਾਲ ਖੁਦਾ ਥੋੜੀ ਮਿਲੇਗਾ ਵੀ ਚੱਲ ਹੁਣ ਬਾਬਰ ਆ ਗਿਆ ਤੇ ਹੁਣ ਖੁਦਾ ਖੁਦਾ ਕਰਨ ਲੱਗ ਜਾਓ। ਕਹਿੰਦੇ ਹੁਣ ਕੁਝ ਨਹੀਂ ਮਿਲੇਗਾ। ਰਾਮ ਦਾ ਮਤਲਬ ਜਦੋਂ ਉਸ ਪਰਮਾਤਮਾ ਨੂੰ ਪਹਿਲਾਂ ਸਿਮਰਿਆ ਹੀ ਨਹੀਂ, ਉਹਨੂੰ ਯਾਦ ਹੀ ਨਹੀਂ ਕੀਤਾ, ਉਦੋਂ ਤੇ ਅਯੈਸ਼ ਪ੍ਰਸਤੀ ਵਿੱਚ ਪਏ ਹੋਏ ਉਸ ਪਰਮਾਤਮਾ ਨੂੰ ਭੁੱਲੇ ਬੈਠੇ ਸਨ। ਤੇ ਜਦੋਂ ਮੁਗਲਾਂ ਨੇ ਹਮਲਾ ਕੀਤਾ ਤੇ ਕਹਿੰਦੇ ਹੁਣ ਖੁਦਾ ਕਹਿਣ ਨਾਲ ਥੋੜੀ ਮਿਲੇਗਾ ਪਰਮਾਤਮਾ, ਹੁਣ ਵੀ ਕੁਝ ਨਹੀਂ ਮਿਲੇਗਾ। ਕੋਈ ਆਦਤਾਂ ਤੇ ਉਹੀ ਰਹਿਣਗੀਆਂ ਪਹਿਲਾਂ ਵਾਲੀਆਂ। ਉਸ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਨਹੀਂ ਕੀਤਾ, ਆਪਣੀ ਜ਼ਿੰਦਗੀ ਨੂੰ ਸਮਝਿਆ ਹੀ ਨਾ, ਇਸ ਕਰਕੇ ਇਹ ਹਮਲਾ ਹੋਇਆ ਤੇ ਆਪਣੀ ਪੱਤ ਗਵਾ ਬੈਠੇ ਪਠਾਨ। ਹਾਂਜੀ, ਇੱਕ ਘਰ ਆਵੈ ਆਪਣਾ ਇੱਕ ਘਰ ਆਵੈ ਆਪਣਾ ਇੱਕ ਮੇਲ ਮੇਲ ਪੁੱਛੈ ਸੁਖ ਇੱਕ ਮਿਲ ਮਿਲ ਪੁੱਛੈ ਸੁਖ ਇੱਕ ਨਾ ਇਹੋ ਲਿਖਿਆ ਇੱਕ ਨਾ ਇਹੋ ਲਿਖਿਆ ਬੈ ਬੈ ਰੋਵੈ ਦੁਖ
ਬਹਿ ਬਹਿ ਰੋਵੈ ਦੁਖ ਜੋ ਤਿਸ ਭਾਵੈ ਸੋ ਥੀਐ ਜੋ ਤਿਸ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ਨਾਨਕ ਕਿਆ ਮਾਨੁਖ। ਹੁਣ ਮਹਾਰਾਜ ਜੀ ਉਸ ਨਕਸ਼ੇ ਨੂੰ ਬਿਆਨ ਕਰਦੇ ਨੇ ਕਿ ਜਦੋਂ ਬਾਬਰ ਨੇ ਹਮਲਾ ਕੀਤਾ, ਹਮਲੇ ਤੋਂ ਬਾਅਦ 2 ਦਿਨ ਚੱਲਦੀ ਰਹੀ ਲੜਾਈ। ਕਹਿੰਦੇ ਫਿਰ ਵੇਖਦੇ ਆ ਕਿ ਜਿਹੜੇ ਘਰਾਂ ਚੋਂ ਨਿਕਲੇ ਹੋਏ ਸਨ, ਕੁਝ ਮਰ ਗਏ, ਕੁਝ ਵਾਪਸ ਆਏ ਆਪਣੇ ਘਰਾਂ ਨੂੰ ਵੇਖਣ ਵਾਸਤੇ। ਇੱਕ ਘਰ ਆਵੈ ਆਪਣੇ, ਇੱਕ ਮਿਲ ਪੁੱਛੈ ਸੁਖ। ਇੱਕ ਉਹ ਲੋਕ ਜਿਹੜੇ ਮੁੜ ਕੇ ਫਿਰ ਵਾਪਸ ਆਪਣੇ ਘਰਾਂ ਨੂੰ ਆਏ ਤੇ ਮਿਲ ਕੇ ਆਪਣੇ ਸੁੱਖ ਸਾਂਦ ਪੁੱਛਦੇ ਨੇ, ਬਹਿਦੇ ਨੇ ਵੀ ਕੌਣ ਕੌਣ ਬਚਿਆ, ਕੀ ਕੀ ਨੁਕਸਾਨ ਹੋਇਆ, ਕੀ ਕੀ ਹੋ ਗਿਆ ਸਾਡਾ, ਕੀ ਬਚ ਗਿਆ, ਕੌਣ ਕੌਣ ਮਰ ਗਿਆ। ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇਂ ਦੁੱਖ, ਪਰ ਇੱਕ ਨੂੰ ਇਹੋ ਪੱਲੇ ਪਿਆ ਕਿ ਉਹ ਬਹਿ ਬਹਿ ਕੇ ਆਪਣੇ ਦੁੱਖ ਰੋਂਦੇ ਨੇ ਕਿਉਂਕਿ ਉਹਨਾਂ ਦੇ ਪਤੀ ਵਾਪਸ ਨਾ ਆਏ, ਉਹ ਮਾਰੇ ਗਏ, ਪਰਿਵਾਰ ਦੇ ਪਰਿਵਾਰ ਖਤਮ ਹੋ ਗਏ। ਜਿਹੜਾ ਕੋਈ ਇੱਕ ਅੱਧਾ ਬਚਿਆ ਉਹਨਾਂ ਚੋਂ ਬਹਿ ਕੇ ਫਿਰ ਉਹ ਦੁੱਖ ਨੂੰ ਰੋਂਦਾ ਹੈ। ਜੋ ਤਿਸ ਭਾਵੈ ਸੋ ਥੀਆ, ਜੋ ਤਿਸ ਭਾਵੈ ਸੋ ਥੀਐ ਨਾਨਕ ਕਿਆ ਮਨੁੱਖ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਜੋ ਉਹਨੂੰ ਭਾਉਂਦਾ ਹੈ ਉਹ ਹੀ ਹੋਏਗਾ। ਇਹ ਮਨੁੱਖ ਵਿਚਾਰਾ ਕੀ ਕਰ ਸਕਦਾ ਹੈ? ਇਹ ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਜੇ ਚਾਹੁੰਦਾ ਤੇ ਫਿਰ ਤੇ ਕਰ ਸਕਦਾ ਹੁੰਦਾ, ਪਰ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ, ਕਿਉਂਕਿ ਮਨੁੱਖ ਐਸ਼ ਪ੍ਰਸਤੀ ਵਿੱਚ, ਸੁੱਖਾਂ ਵਿੱਚ ਆ ਕੇ ਇਹਨਾਂ ਵਿਕਾਰਾਂ ਦੇ ਵਹਿਣ ਵਿੱਚ ਵਹਿ ਕੇ ਆਪਣੀ ਅਸਲੀਅਤ ਨੂੰ ਭੁੱਲ ਬੈਠਦਾ ਹੈ ਤੇ ਇਸੇ ਕਰਕੇ ਮਰ ਕੇ ਫਿਰ ਦੁੱਖ ਚੱਲਦਾ ਹੈ। ਉਹਦਾ ਜੋ ਬੀਜਿਆ ਉਹਨੂੰ ਵੱਢਣਾ ਪੈਂਦਾ ਹੈ। ਇਹ ਮਨੁੱਖ ਦੇ ਵੱਸ ਵਿੱਚ ਕੁਝ ਨਹੀਂ। ਹਾਂ, ਉਹ ਕਰਤੇ ਹੱਥ ਵਡਿਆਈਆਂ ਜੇ ਭਾਵੈ ਤਿਸ ਦੇ, ਉਹ ਆਪ ਹੀ ਕਿਰਪਾ ਕਰਦਾ, ਬਖਸ਼ਿਸ਼ ਕਰਦਾ। ਕਿਉਂਕਿ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਪਰਮਾਤਮਾ ਨੂੰ ਹੀ ਨਮਸਕਾਰ ਕਰਦੇ ਨੇ। ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਵੇਖ ਦੇਖੈ ਵੇਸ। हे ਪ੍ਰਭੂ, ਤੂੰ ਵੱਖਰੇ ਵੱਖਰੇ ਰੰਗ ਕਰਕੇ ਵੇਖਦਾ, ਤੇਰਾ ਕੋਈ ਅੰਤ ਨਹੀਂ ਪਾ ਸਕਿਆ, ਤੈਨੂੰ ਕੋਈ ਜਾਣ ਹੀ ਨਹੀਂ ਸਕਿਆ, ਤੈਨੂੰ ਕੋਈ ਸਮਝ ਨਹੀਂ ਸਕਿਆ। ਸੋ ਸਮਾਂ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। मेरे राम हम बारक हर प्रभ के हैं ए आणे, हम बारक हर प्रभ के हैं ए आणे।